ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੀਆਂ ਸਿੱਖਿਆਵਾਂ। ਸਾਰਿਆਂ ਨੂੰ ਹੀ ਪਤਾ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਹੈ ਜਿਹੜਾ ਕਿ 15 ਅਪ੍ਰੈਲ 1469 ਈਸਵੀ ਨੂੰ ਹੋਇਆ ਹੈਗਾ। ਕਿੱਥੇ ਹੋਇਆ? ਲਾਹੌਰ ਤੋਂ 64 ਕਿਲੋਮੀਟਰ ਕੇ ਦੱਖਣ ਪੱਛਮ ਵੱਲ ਪਿੰਡ ਤਲਵੰਡੀ ਨਨਕਾਣਾ ਸਾਹਿਬ, ਜ਼ਿਲ੍ਹਾ ਸ਼ੇਖੂਪੁਰ ਦੇ ਵਿੱਚ। ਠੀਕ ਹੈ। ਉਸ ਤੋਂ ਬਾਅਦ ਬਾਲ ਅਵਸਥਾ ਅਤੇ ਉਹਨਾਂ ਦੀ ਸਿੱਖਿਆ। ਉਹਨਾਂ ਨੇ 7 ਸਾਲ ਤੱਕ ਦੀ ਜਿਹੜੀ ਸਿੱਖਿਆ ਸੀ ਉਹ ਪੰਡਿਤ ਗੋਪਾਲ ਜੀ ਤੋਂ ਲਈ ਹੈ। ਉਸ ਤੋਂ ਬਾਅਦ ਜਨੇਊ ਦੀ ਰਸਮ ਲਈ ਉਹਨਾਂ ਨੇ ਪੰਡਿਤ ਹਰਦਿਆਲ ਜੀ ਤੋਂ ਕਰਵਾਈ ਸੀ। ਅਤੇ ਇੱਕ ਉਹਨਾਂ ਦਾ ਫੇਮਸ ਜਿਹੜਾ ਉਹਨਾਂ ਨੇ ਜਦੋਂ ਪੰਡਿਤ ਹਰਦਿਆਲ ਜੀ ਉਹਨਾਂ ਦੀ ਜਨੇਊ ਪਾਉਂਦੇ ਸੀ ਤਾਂ ਉਸ ਟਾਈਮ ਉਹਨਾਂ ਨੇ ਦਇਆ ਕਪਾਹ ਸੰਤੋਖ ਸਤ ਜਤ ਗੰਢੀ ਸਭ ਵੱਟ ਇਹ ਜਨੇਊ ਜੀ ਕਾ ਹੈ ਤੇ ਪਾਂਡੇ ਘੱਤ, ਇਹ ਆਸਾਂ ਦੀ ਵਾਰ ਦੇ ਵਿੱਚ ਸ਼ਲੋਕ ਲਿਖਿਆ ਹੋਇਆ। ਪੰਨਾ ਨੰਬਰ ਹੈਗਾ 471 'ਤੇ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਭਿੰਨ ਭਿੰਨ ਕਿੱਤੇ ਕੀਤੇ, ਜਿਵੇਂ ਪਹਿਲਾਂ ਸੱਚਾ ਸੌਦਾ ਕੀਤਾ, ਫਿਰ ਉਹ 14 ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਹੋ ਗਿਆ ਸੀਗਾ ਸੁਲੱਖਣੀ ਜੀ, ਬੀਬੀ ਸੁਲੱਖਣੀ ਜੀ ਨਾਲ, ਜੋ ਕਿ ਮੂਲ ਰਾਜ ਦੀ ਬੇਟੀ ਸੀ। ਕਿੱਥੇ ਰਹਿੰਦੇ ਸੀ? ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ। ਉਸ ਤੋਂ ਬਾਅਦ ਸੁਲਤਾਨਪੁਰ ਲੋਧੀ ਵਿੱਚ ਉਹਨਾਂ ਨੇ ਨੌਕਰੀ ਕੀਤੀ ਹੈਗੀ 1486 ਤੋਂ 87 ਦੇ ਤੱਕ। ਠੀਕ ਹੈ। ਉਸ ਤੋਂ ਬਾਅਦ ਗਿਆਨ ਪ੍ਰਾਪਤੀ ਹੋਈ ਹੈ 1499 ਈਸਵੀ ਦੇ ਵਿੱਚ ਵੇਈ ਨਦੀ ਦੇ ਵਿੱਚ 3 ਦਿਨ ਅਲੋਪ ਰਹੇ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੂੰ ਦਾਸੀਆਂ ਨੂੰ ਲੈ ਕੇ ਕੀ ਬਹੁਤ ਮਤਭੇਦ ਨੇ। ਕੋਈ ਕਹਿੰਦੇ 5 ਹੈ, ਕੋਈ ਕਹਿੰਦੇ 4 ਹੈ, ਕੋਈ ਕਹਿੰਦੇ 3 ਹੈ। ਜਿਹੜੇ ਕਹਿੰਦੇ ਨੇ 5 ਹੈ ਉਹ ਤਾਂ ਪੁਰਾਤਨ ਜਨਮ ਸਾਖੀ ਅਕੋਰਡਿੰਗ 5 ਕਹਿੰਦੇ ਨੇ, ਭਾਈ ਗੁਰਦਾਸ ਜੀ ਅਕੋਰਡਿੰਗ 4 ਨੇ, ਅਤੇ ਡਾਕਟਰ ਫੌਜਾ ਸਿੰਘ ਅਤੇ ਡਾਕਟਰ ਕਿਰਪਾਲ ਸਿੰਘ ਨੇ 3 ਦੱਸੇ ਨੇ, 3 ਉਦਾਸੀਆਂ ਦੱਸੀਆਂ ਨੇ। ਉਹਨਾਂ ਦੇ ਅਕੋਰਡਿੰਗ ਕੀ ਹੈ? ਪਹਿਲੀ ਉਦਾਸੀ 1500 ਈਸਵੀ ਵਿੱਚ ਭਾਰਤ ਦੇ ਪੂਰਬੀ ਅਤੇ ਦੱਖਣੀ ਇਲਾਕੇ ਵਿੱਚ ਗਏ ਸੀ। ਉਦੋਂ ਨਾਲ ਕੌਣ ਸੀ? ਉਹਨਾਂ ਦੇ ਭਾਈ ਮਰਦਾਨਾ। ਦੂਜੀ ਉਦਾਸੀ 1514 ਦੇ ਵਿੱਚ ਉੱਤਰ ਵੱਲ ਗਏ ਸੀ, ਅਤੇ ਇਸ ਟਾਈਮ ਉਹਨਾਂ ਦੇ ਨਾਲ ਹੰਸੂ ਨਾਂ ਦਾ ਇੱਕ ਲਾਹੌਰ ਅਤੇ ਸੀਹਾ ਨਾਂ ਦੇ ਇੱਕ ਸ਼ਿੰਬੇ ਨੇ ਦਿੱਤਾ ਸੀ। ਤੀਜੀ ਉਦਾਸੀ ਉਹਨਾਂ ਨੇ 1517 ਈਸਵੀ ਵਿੱਚ ਉਹਨਾਂ ਦੇ ਨਾਲ ਮੁਸਲਮਾਨ ਹਾਜੀ ਵਾਲਾ ਸੀਗਾ, ਅਤੇ ਪੱਛਮੀ ਏਸ਼ੀਆ ਵੱਲ ਗਏ ਨੇ। ਉਸ ਤੋਂ ਬਾਅਦ 1521 ਈਸਵੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਅੰਤਲੀ ਉਦਾਸੀ ਸੰਪੂਰਨ ਕੀਤੀ, ਅਤੇ 1522 ਤੋਂ ਲੈ ਕੇ 39 ਈਸਵੀ ਤੱਕ 18 ਸਾਲ ਉਹਨਾਂ ਨੇ ਕਰਤਾਰਪੁਰ ਵਿੱਚ ਗੁਜ਼ਾਰੇ ਨੇ, ਅਤੇ ਉਹਨਾਂ ਨੇ ਉੱਥੇ ਹੀ ਵਾਰ ਮਲਾਰ, ਵਾਰ ਮਾਝ, ਵਾਰ ਆਸਾ, ਜਪ ਜੀ, ਏਕ ਓਂਕਾਰ, ਪੱਟੀ, ਥਿੱਥ, 12 ਮਾਹ, ਇਹ ਸਾਰੇ ਕੀ ਉਹਨਾਂ ਨੇ ਬਾਣੀ ਰਚੀ ਸੀਗੀ। ਸੰਗਤ ਪੰਗਤ ਦੀ ਨੀਂਹ ਰੱਖੀ ਹੈ। 22 ਸਤੰਬਰ 1539 ਈਸਵੀ ਨੂੰ ਉਹ ਜੋਤੀ ਜੋਤ ਸਮਾ ਗਏ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੇ, ਇਹਦਾ ਤੁਸੀਂ ਸਕਰੀਨਸ਼ਾਟ ਲੈ ਲਓ, ਜਸਟ ਰੀਡ ਕਰ ਲਿਓ ਵੀ ਇਹ ਆਪਾਂ ਨੂੰ ਬਸ ਜਸਟ ਪਤਾ ਹੋਣਾ ਚਾਹੀਦਾ। ਉਸ ਤੋਂ ਬਾਅਦ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਦਾ ਪਹਿਲਾ ਨਾਂ ਹੈਗਾ ਸੀਗਾ ਭਾਈ ਲਹਿਣਾ, ਜਿਹੜੇ ਕਿ ਗੁਰੂ 1539 ਈਸਵੀ ਤੋਂ 1552 ਈਸਵੀ ਤੱਕ ਕੀ ਹੈ ਉਹ ਗੁਰਗੱਦੀ ਸੰਭਾਲੀ ਉਹਨਾਂ ਨੇ। ਇਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਕੀ ਕੰਮ ਕੀਤੇ ਸੀਗੇ? ਗੁਰਮੁਖੀ ਲਿਪੀ ਵਿੱਚ ਸੁਧਾਰ ਕੀਤਾ, ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਇਕੱਠਾ ਕੀਤਾ, ਲੰਗਰ ਪ੍ਰਥਾ ਚਲਾਈ ਹੈ, ਉਦਾਸੀ ਸੰਪਰਦਾਇ ਦਾ ਖੰਡਨ ਕੀਤਾ, ਸੰਗਤ ਪ੍ਰਥਾ ਚਲਾਈ, ਸਰੀਰਕ ਕਸਰਤ ਕਰਨ ਦੀ ਸਿੱਖਿਆ ਦਿੱਤੀ। ਬਾਣੀ ਇਹਨਾਂ ਨੇ ਬਾਣੀ ਰਚੀ ਹੈ, 62 ਸਲੋਕਾਂ ਦੀ ਰਚਨਾ ਕੀਤੀ ਹੈ, ਅਤੇ ਜਨਮ ਸਾਖੀ ਦਾ ਸੰਕਲਨ ਕੀਤਾ ਇਹਨਾਂ ਨੇ ਗੁਰੂ ਨਾਨਕ ਦੇਵ ਜੀ ਦਾ, ਅਤੇ ਜਿਸ ਨੂੰ ਭਾਈ ਬਾਲੇ ਦੀ ਜਨਮ ਸਾਖੀ, ਅਤੇ ਪਰ ਬਹੁਤੇ ਇਤਿਹਾਸਕਾਰ ਸਹਿਮਤ ਨਹੀਂ ਹੈਗੇ। ਠੀਕ ਹੈ ਇਹਦੇ ਨਾਲ। ਅਤੇ ਉਸ ਤੋਂ ਬਾਅਦ ਗੋਇੰਦਵਾਲ ਦੀ ਜਿਹੜੀ ਨੀਂਹ ਰੱਖੀ ਸੀ ਗੁਰੂ ਅੰਗਦ ਦੇਵ ਜੀ ਨੇ 1546 ਈਸਵੀ ਵਿੱਚ। 29 ਮਾਰਚ 1552 ਈਸਵੀ ਨੂੰ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾ ਗਏ ਸੀ। ਉਸ ਤੋਂ ਬਾਅਦ ਤੀਜੇ ਗੁਰੂ ਜੀ ਆਉਂਦੇ ਨੇ ਗੁਰੂ ਅਮਰਦਾਸ ਜੀ। 1552 ਤੋਂ ਲੈ ਕੇ ਇਹਨਾਂ ਨੇ 1574 ਤੱਕ ਕੀ ਹੈ ਗੁਰਗੱਦੀ 'ਤੇ ਬੈਠੇ ਨੇ। ਇਹਨਾਂ ਨੇ ਕੀ ਕੁਛ ਕੀਤਾ ਆਪਣੇ ਕਾਰਜਕਾਲ ਦੌਰਾਨ? ਗੋਇੰਦਵਾਲ ਵਿਖੇ ਬਾਉਲੀ ਦਾ ਨਿਰਮਾਣ ਕਰਾਇਆ 1559 ਦੇ ਈਸਵੀ ਦੇ ਵਿੱਚ। ਠੀਕ ਹੈ। ਉਸ ਤੋਂ ਬਾਅਦ 84 ਪੌੜੀਆਂ ਬਣਵਾਈਆਂ, ਲੰਗਰ ਪ੍ਰਥਾ ਦਾ ਵਿਸਥਾਰ ਕੀਤਾ, ਗੁਰਬਾਣੀ ਦਾ ਸੰਕਲਨ ਕੀਤਾ, ਰਚਨਾ ਕੀਤੀ ਇਹਨਾਂ ਨੇ 907 ਸ਼ਬਦਾਂ ਦੀ। ਠੀਕ ਹੈ। ਮੰਜੀ ਪ੍ਰਥਾ 22 ਹਿੱਸਿਆਂ ਵਿੱਚ ਅਧਿਆਤਮਕ ਸਾਮਰਾਜ ਵੰਡਿਆ। ਉਸ ਤੋਂ ਬਾਅਦ ਉਦਾਸੀਆਂ ਨਾਲੋਂ ਸਿੱਖਾਂ ਨੂੰ ਵੱਖ ਕੀਤਾ, ਅਤੇ ਗੁਰੂ ਅੰਗਦ ਦੇਵ ਜੀ ਦੇ ਬਾਬਾ ਸ਼੍ਰੀ ਚੰਦ ਜੀ ਦੇ ਉਦਾਸੀਵਾਦ ਦਾ ਖੰਡਨ ਕੀਤਾ ਹੈ, ਸਮਾਜਿਕ ਸੁਧਾਰ ਕੀਤੇ ਨੇ। ਅਤੇ ਉਹਨਾਂ ਕੋਲ ਅਕਬਰ ਮਿਲਣ ਵੀ ਆਏ ਸੀ, ਜਿਹੜਾ ਸਮਰਾਟ ਸੀਗਾ ਅਕਬਰ ਦਾ ਗੋਇੰਦਵਾਲ ਵਿੱਚ ਆਉਣਾ। ਚਿੱਤੌੜਗੜ੍ਹ ਦੀ ਜਿੱਤ ਤੋਂ 1567 ਤੋਂ ਬਾਅਦ ਕੀ ਪੰਗਤ ਵਿੱਚ ਬਹਿ ਕੇ ਲੰਗਰ ਛਕਿਆ ਸੀ। ਜਿਹੜੇ ਸਮਰਾਟ ਅਕਬਰ ਸੀਗੇ ਗੋਇੰਦਵਾਲ ਵਿਖੇ ਆਏ ਸੀਗੇ ਗੁਰੂ ਅਮਰਦਾਸ ਜੀ ਕੋਲ, ਉਹਨਾਂ ਨੇ ਉੱਥੇ ਪੰਗਤ ਵਿੱਚ ਬਹਿ ਕੇ ਕੀ ਲੰਗਰ ਛਕਿਆ 1567 ਈਸਵੀ ਦੇ ਵਿੱਚ। ਗੁਰੂ ਅਮਰਦਾਸ ਜੀ ਨੇ ਉੱਤਰਾਧਿਕਾਰੀ ਦੀ ਨਿਯੁਕਤੀ। ਠੀਕ ਹੈ। 95 ਸਾਲ ਦੀ ਉਮਰ ਤੱਕ ਕੀ ਉਹਨਾਂ ਨੇ ਰਹਾਨੁਮਾਈ 1574 ਈਸਵੀ ਵਿੱਚ ਜੋਤੀ ਜੋਤ ਸਮਾ ਗਏ ਸੀ। 95 ਸਾਲ ਦੀ ਉਹਨਾਂ ਦੀ ਉਦੋਂ ਉਮਰ ਸੀਗੀ। ਠੀਕ ਹੈ। ਉਹਨਾਂ ਦੇ 2 ਪੁੱਤਰ ਸੀਗੇ ਮੋਹਨ ਅਤੇ ਮੋਰੀ। ਉਹਨਾਂ ਨੂੰ ਛੱਡ ਕੇ ਉਹਨਾਂ ਨੇ ਆਪਣੇ ਜਿਹੜਾ ਜਵਾਈ ਸੀਗਾ ਭਾਈ ਜੇਠਾ ਜੀ, ਉਹਨਾਂ ਨੂੰ ਕੀ ਹੈ ਗੁਰਗੱਦੀ ਨਿਯੁਕਤ ਕੀਤੀ ਹੈ। ਜਿਹੜੇ ਭਾਈ ਜੇਠਾ ਜੀ ਨੇ ਉਹਨਾਂ ਦਾ ਫਿਰ ਇਹਦਾ ਪਹਿਲਾ ਨਾਂ ਸੀ, ਬਾਅਦ ਦੇ ਵਿੱਚ ਉਹਨਾਂ ਦਾ ਨਾਂ ਹੋ ਗਿਆ ਸੀਗਾ ਗੁਰੂ ਰਾਮਦਾਸ ਜੀ। ਠੀਕ ਹੈ। ਹੁਣ ਗੁਰੂ ਰਾਮਦਾਸ ਜੀ ਬਾਰੇ ਦੇਖਦੇ ਹਾਂ। ਇਹ 1574 ਤੋਂ ਲੈ ਕੇ ਇਹਨਾਂ ਨੇ 1581 ਤੱਕ ਕੀ ਹੈ ਗੁਰਗੱਦੀ ਸੰਭਾਲੀ ਹੈ।
7 ਸਾਲ ਗੁਰਗੱਦੀ ਸੰਭਾਲੀ। ਇਹਨਾਂ ਦਾ ਬਰਥ ਪਲੇਸ ਚੂਨਾ ਮੰਡੀ ਲਾਹੌਰ ਹੈ। ਪਿਤਾ ਦਾ ਨਾਂ ਹਰੀਦਾਸ ਹੈ, ਮਾਤਾ ਦਾ ਨਾਂ ਦਇਆ ਕੌਰ। ਇਹਨਾਂ ਦਾ ਮੈਰਿਜ ਹੋਈ ਸੀ ਬੀਬੀ ਭਾਨੀ ਜੀ ਨਾਲ। ਇਹਨਾਂ ਦੇ 3 ਬੇਟੇ ਨੇਗੇ, ਪ੍ਰਿਥੀ ਚੰਦ, ਮਹਾਦੇਵ ਅਤੇ ਅਰਜਨ ਦੇਵ। ਅਰਜਨ ਦੇਵ ਦਾ ਆਪਾਂ ਨੂੰ ਸਭ ਨੂੰ ਪਤਾ ਹੀ ਹੈ, ਜਿਹੜੇ ਅਰਜਨ ਦੇਵ ਨੇ ਉਹਨਾਂ ਨੂੰ ਫਿਰ 5ਵੇਂ ਗੁਰੂ ਬਣਾਇਆ ਸੀਗਾ, ਗੁਰੂ ਅਰਜਨ ਦੇਵ ਜੀ। ਠੀਕ ਹੈ, ਇਹਨਾਂ ਨੇ ਸ਼ਹਿਰ ਵਸਾਏ ਨੇ ਰਾਮਦਾਸਪੁਰਾ, ਗੁਰੂ ਕਾ ਚੱਕ ਵੀ ਕਿਹਾ ਜਾਂਦਾ ਹੈ, ਅੰਮ੍ਰਿਤਸਰ ਜਿਹੜਾ ਬਾਅਦ ਦੇ ਵਿੱਚ ਨਾਮ ਹੋਇਆ। ਇਹਨਾਂ ਨੇ ਲਾਵਾਂ ਦੀ ਕੰਪੋਜੀਸ਼ਨ ਕੀਤੀ ਸੀ। ਪੁੱਲ ਆਫ ਨੈਕਟਰ ਇਹਨਾਂ ਨੇ ਇੱਕ ਸਰੋਵਰ ਬਣਾਇਆ ਸੀ ਅੰਮ੍ਰਿਤਸਰ ਵਿਖੇ। ਉਸ ਤੋਂ ਬਾਅਦ ਇਹਨਾਂ ਨੇ ਬਾਣੀ ਦੇ ਵਿੱਚ 638 ਹਾਈਮਨ, 30 ਰਾਗਸ। ਠੀਕ ਹੈ, ਅਤੇ ਇਹਨਾਂ ਨੇ ਘੋੜੀਆਂ ਵੀ, ਜਿਹੜੀ ਘੋੜੀਆਂ ਵਿਆਹ ਮੁੰਡੇ ਦੇ ਵਿਆਹ ਵੇਲੇ ਜਦੋਂ ਬਰਾਤ ਤੁਰਦੀ ਹੈ ਉਦੋਂ ਉਸ ਟਾਈਮ ਕਿ ਘੋੜੀਆਂ ਗਾਈਆਂ ਜਾਂਦੀਆਂ ਸਵੇਰ ਦੇ ਟਾਈਮ, ਉਹ ਕਿਹਨਾਂ ਦੀ ਰਚਨਾ ਹੈਗੀ, ਗੁਰੂ ਰਾਮਦਾਸ ਜੀ ਦੀ। ਉਸ ਤੋਂ ਬਾਅਦ ਗੁਰੂ ਰਾਮਦਾਸ ਦੀ ਜੋਤੀ ਜੋਤ 1581 ਵਿੱਚ ਗੋਇੰਦਵਾਲ ਵਿਖੇ ਹੀ ਸਮਾ ਗਏ ਸੀਗੇ। ਉਸ ਤੋਂ ਬਾਅਦ 5ਵੇਂ ਗੁਰੂ ਅਰਜਨ ਦੇਵ ਜੀ। ਗੁਰੂ ਅਰਜਨ ਦੇਵ ਜੀ 1563 ਈਸਵੀ ਤੋਂ 1606 ਈਸਵੀ ਤੱਕ ਕੀ ਹੈ ਉਹਨਾਂ ਨੇ ਗੁਰਗੱਦੀ ਸੰਭਾਲੀ ਹੈ। ਉਹਨਾਂ ਦੇ ਪਿਤਾ ਦਾ ਨਾਂ ਸੀ ਰਾਮਦਾਸ ਜੀ ਅਤੇ ਮਾਤਾ ਦਾ ਨਾਂ ਬੀਬੀ ਭਾਨੀ। ਠੀਕ ਹੈ, ਉਹਨਾਂ ਦਾ ਵਿਆਹ ਹੋਇਆ ਸੀਗਾ ਮਾਤਾ ਗੰਗਾ ਜੀ ਦੇ ਨਾਲ, ਅਤੇ ਅੱਗੇ ਉਹਨਾਂ ਦਾ ਪੁੱਤਰ ਸੀਗਾ ਹਰਗੋਬਿੰਦ ਜੀ। ਠੀਕ ਹੈ, ਅੱਗੇ ਉਹ 6ਵੇਂ ਗੁਰੂ ਬਣੇ ਨੇ। ਉਸ ਤੋਂ ਬਾਅਦ ਇਹਨਾਂ ਨੇ ਰਾਮਦਾਸਪੁਰ ਦੀ ਕੰਸਟਰਕਸ਼ਨ ਹੈ ਜਿਹੜੀ ਕੰਪਲੀਟ ਕਰਵਾਈ। ਸੰਤੋਖਸਰ, ਰਾਮਸਰ ਸਰੋਵਰ ਬਣਵਾਏ ਨੇ। 1559 ਦੇ ਵਿੱਚ ਇਹਨਾਂ ਕਿ ਸੂਫੀ ਮੁਸਲਿਮ ਮੀਆਂ ਮੀਰ ਜੀ ਤੋਂ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ ਹੈ। ਠੀਕ ਹੈ, ਉਸ ਤੋਂ ਬਾਅਦ ਇਹਨੇ ਆਦਿ ਗ੍ਰੰਥ ਜਿਹੜਾ ਕੰਪੋਜੀਸ਼ਨ ਹੈ ਉਹਨੂੰ ਕੰਪਲੀਟ ਕੀਤਾ ਹੈ। ਉਸ ਤੋਂ ਬਾਅਦ ਬਾਬਾ ਮੋਹਨ ਜੀ ਨੇ ਕਿ 3 ਗੁਰੂਆਂ ਦੀ ਬਾਣੀ ਇਕੱਠੀ ਕੀਤੀ ਸੀ। ਠੀਕ ਹੈ, ਉਹਨਾਂ ਤੋਂ ਇਹਨਾਂ ਨੇ ਗੁਰੂ ਅਰਜਨ ਦੇਵ ਜੀ ਨੇ ਬਾਣੀ ਲਈ। ਗੁਰੂ ਅਰਜਨ ਦੇਵ ਜੀ ਨੇ ਕਿ 1604 ਈਸਵੀ ਵਿੱਚ ਭਾਈ ਗੁਰਦਾਸ ਰਾਹੀ ਆਦਿ ਗ੍ਰੰਥ ਦੀ ਰਚਨਾ ਕਰਵਾਈ। ਠੀਕ ਹੈ, ਸ਼ੇਖ ਫਰੀਦ, ਕਬੀਰ ਅਤੇ ਰਵਿਦਾਸ ਜੀ ਦੀ ਬਾਣੀ ਵੀ ਹੈ ਇਹਦੇ ਵਿੱਚ। ਠੀਕ ਹੈ, ਅਤੇ ਇਹਨਾਂ ਨੇ ਰਿਜੈਕਟ ਕਿਹਨਾਂ ਦੀ ਬਾਣੀ ਨੂੰ ਰਿਜੈਕਟ ਕਰਤਾ ਸੀਗਾ, ਕਾਨਾ ਸ਼ਾਹ ਹੁਸੈਨ ਅਤੇ ਪੀਲੂ ਛੱਜੂ ਦੀ। ਉਸ ਤੋਂ ਬਾਅਦ ਆਦਿ ਗ੍ਰੰਥ ਦੇ ਵਿੱਚ 30 ਰਾਗ ਨੇ। ਪਹਿਲੇ ਹੈੱਡ ਗ੍ਰੰਥੀ ਸੀਗੇ ਬਾਬਾ ਬੁੱਢਾ ਜੀ। ਇਹਨਾਂ ਨੇ ਸਿਟੀ ਫਾਊਂਡ ਕੀਤੀਆਂ ਨੇ, ਕਿਹੜੀਆਂ ਸਿਟੀਆਂ, ਤਰਨ ਤਾਰਨ, ਹਰਿਮੰਦਰ ਸਾਹਿਬ, ਕਰਤਾਰਪੁਰ, ਅਤੇ ਰਹਿਲਾ ਪਿੰਡ ਦਾ ਨਾਂ ਬਦਲ ਕੇ ਇਹਨਾਂ ਨੇ ਹਰਗੋਬਿੰਦਪੁਰ ਰੱਖਤਾ ਸੀਗਾ, ਬਿਆਸ ਨਦੀ ਦੇ ਕੰਢੇ ਹੈ। ਇਹਨਾਂ ਨੇ ਸੁਖਮਨੀ ਸਾਹਿਬ ਜੀ ਦੀ ਕੰਪੋਜੀਸ਼ਨ ਕੀਤੀ ਹੈ ਗੁਰੂ ਅਰਜਨ ਦੇਵ ਜੀ ਨੇ। ਉਸ ਤੋਂ ਬਾਅਦ ਦਸਵੰਧ ਸਿਸਟਮ ਦੇ ਨਾਲ ਇੰਟਰੋਡਿਊਸ ਕਰਵਾਇਆ। ਇਹਨਾਂ ਦੇ ਟਾਈਮ ਮੁਗਲ ਅੰਪਾਇਰ ਸੀਗੇ ਅਕਬਰ ਅਤੇ ਜਹਾਂਗੀਰ। ਇਹ ਮੈਂ ਤੁਹਾਨੂੰ ਥੋੜ੍ਹੇ ਟਾਈਮ ਤੱਕ 10 ਗੁਰੂ ਦੀ ਇੱਕ ਵਾਰ ਆਪਾਂ ਰੀਡ ਕਰ ਲਈ, ਫਿਰ ਉਹ ਮੈਂ ਤੁਹਾਨੂੰ ਦੱਸੂੰਗੀ ਕਿਹੜੇ ਗੁਰੂ ਦੇ ਟਾਈਮ ਕਿਹੜੇ ਮੁਗਲ ਰਾਜਾ ਸੀਗੇ। ਠੀਕ ਹੈ, ਉਸ ਤੋਂ ਬਾਅਦ ਜਹਾਂਗੀਰ ਦੇ ਬੇਟੇ ਖੁਸਰੋ ਨੇ ਕਿ ਆਪਣੇ ਪਿਤਾ ਖਿਲਾਫ ਬਗਾਵਤ ਕਰ ਦਿੱਤੀ ਤਾਂ ਗੁਰੂ ਅਰਜਨ ਦੇਵ ਜੀ ਤੋਂ ਆਸ਼ੀਰਵਾਦ ਲਿਆ, ਅਤੇ ਗੁੱਸੇ ਵਿੱਚ ਆ ਕੇ ਜਹਾਂਗੀਰ ਨੇ ਗੁਰੂ ਜੀ ਨੂੰ ਤਸੀਹੇ ਦੇ ਕੇ ਕੀ ਇਹ ਸ਼ਹੀਦ ਕਰ ਦਿੱਤਾ ਸੀ। ਪਹਿਲੇ ਗੁਰੂ ਸੀ ਜਿਹੜੇ ਕਿ ਇਹ ਸ਼ਹੀਦ ਹੋ ਗਏ ਸੀਗੇ ਗੁਰਗੱਦੀ ਕਾਰਜਕਾਲ ਦੌਰਾਨ। 11 ਸਾਲ ਦੇ ਆਪਣੇ ਬੇਟੇ ਨੂੰ ਇਹਨਾਂ ਨੇ ਕਿ ਗੁਰਗੱਦੀ ਸੌਂਪੀ, ਅਤੇ ਬਾਬਾ ਬੁੱਢਾ ਜੀ ਨੇ ਕਿ ਗੁਰਗੱਦੀ 'ਤੇ ਬਿਠਾਇਆ ਸੀ। 1606 ਈਸਵੀ 'ਚ ਲਾਹੌਰ ਵਿਖੇ ਕਿ ਜੋਤੀ ਜੋਤ ਸਮਾ ਗਈ ਸੀ। ਉਸ ਤੋਂ ਬਾਅਦ 6ਵੇਂ ਗੁਰੂ ਹਰਗੋਬਿੰਦ ਜੀ 1595 ਈਸਵੀ ਵਿੱਚ ਗੁਰੂ ਇਹਨਾਂ ਦਾ ਬਰਥ ਹੋਇਆ। ਇਹਨਾਂ ਨੇ 1606 ਤੋਂ 1643 ਤੱਕ ਗੁਰਗੱਦੀ ਸੰਭਾਲੀ। ਇਹਨਾਂ ਦਾ ਬਰਥ ਪਲੇਸ ਵਡਾਲੀ। ਮਾਤਾ ਦਾ ਨਾਂ ਮਾਤਾ ਗੰਗਾ, ਪਿਤਾ ਦਾ ਨਾਂ ਗੁਰੂ ਅਰਜਨ ਦੇਵ ਜੀ। ਇਹਨਾਂ ਦੀ ਐਜੂਕੇਸ਼ਨ ਹੈ ਜਿਹੜੀ ਭਾਈ ਗੁਰਦਾਸ ਅਤੇ ਬਾਬਾ ਬੁੱਢਾ ਜੀ ਨੇ ਪੂਰੀ ਕਰਵਾਈ ਹੈ। ਵਿਆਹ ਹੋਇਆ ਇਹਨਾਂ ਦੇ 3 ਵਿਆਹ ਹੋਏ ਨੇ, ਮਾਤਾ ਦਮੋਦਰੀ, ਮਾਤਾ ਮਰਵਾਈ ਅਤੇ ਮਾਤਾ ਨਾਨਕੀ ਜੀ ਨਾਲ। ਇਹਨਾਂ ਦੇ ਪੁੱਤਰ ਹੋਏ ਨੇਗੇ ਗੁਰਦਿੱਤਾ ਜੀ, ਅਨੀ ਰਾਏ, ਸੂਰਜਮਲ, ਅਟਲ ਰਾਏ ਅਤੇ ਤੇਗ ਬਹਾਦਰ ਜੀ। ਉਸ ਤੋਂ ਬਾਅਦ ਡਾਟਰ ਸੀ ਇਹਨਾਂ ਦੀ ਬੀਬੀ ਵੀਰੀ। ਇਹਨਾਂ ਨੇ ਮੀਰੀ ਅਤੇ ਪੀਰੀ ਦਾ ਜਿਹੜਾ ਆਪਣੇ 2 ਤਲਵਾਰਾਂ ਸੀਗੇ ਹੈ ਨਾ, ਉਹ ਇਹਨਾਂ ਨੇ ਇੰਟਰੋਡਿਊਸ ਕੀਤਾ ਸੀਗਾ। ਜਿਹੜੀ ਪੀਰੀ ਹੈਗੀ ਉਹ ਕੀ ਹੈ, ਵਨ ਰੀਪ੍ਰਜੈਂਟਿੰਗ ਹਿਜ਼ ਸਪਿਰਿਚੁਅਲ ਪਾਵਰਸ। ਮੀਰੀ ਕੀ ਕਰਦੀ ਹੈ, ਟੈਂਪਰਰ ਆਥਰਿੰਗ ਆਵਰ 6। ਠੀਕ ਹੈ, ਜਿਹੜੀ ਪੀਰੀ ਹੈ ਉਹ ਤਾਂ ਆਤਮਿਕ ਸ਼ਕਤੀ ਨਾਲ ਰਿਲੇਟਡ ਹੈ, ਅਤੇ ਜਿਹੜੀ ਮੀਰੀ ਹੈ ਉਹ ਸਿੱਖਾਂ ਉੱਪਰ ਰਾਜ ਦੀ ਹੈ। ਠੀਕ ਹੈ, ਉਸ ਤੋਂ ਬਾਅਦ ਇਹਨਾਂ ਨੇ ਮਾਰਸ਼ਲ ਆਰਟ ਦੀ ਸ਼ੁਰੂਆਤ ਕੀਤੀ ਹੈ। ਮਾਰਸ਼ਲ ਆਰਟ ਦੀ ਸ਼ੁਰੂਆਤ ਕਿਹੜੇ ਗੁਰੂ ਜੀ ਨੇ ਕੀਤੀ ਹੈਗੀ, ਗੁਰੂ ਹਰਗੋਬਿੰਦ ਜੀ ਨੇ। ਉਸ ਤੋਂ ਬਾਅਦ 1609 ਈਸਵੀ ਵਿੱਚ ਇਹਨਾਂ ਨੇ ਅਕਾਲ ਤਖਤ ਬਣਵਾਇਆ। ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ 52 ਰਾਜਿਆਂ ਨਾਲ ਕਿ ਰਿਹਾ ਕਰਵਾਇਆ ਸੀ, ਜਿਵੇਂ ਉਦੋਂ ਕੀ ਆਪਣਾ ਦਿਵਾਲੀ ਮਨਾਉਂਦੇ ਆ ਹੈ ਨਾ, ਇਹ ਰਿਲੇਟਡ ਆ ਉਹਦੇ ਨਾਲ। ਲੋਹਗੜ੍ਹ ਦਾ ਕਿਲ੍ਹਾ ਬਣਵਾਇਆ। ਕੀਰਤਪੁਰ ਸਿਟੀ ਬਣਾਈ ਹੈ ਇਹਨਾਂ ਨੇ ਰੋਪੜ ਜ਼ਿਲ੍ਹੇ ਦੇ ਵਿੱਚ। ਮੁਗਲ ਰਾਜੇ ਉਹਨਾਂ ਦੇ ਟਾਈਮ ਸ਼ਾਹਜਹਾਨ ਅਤੇ ਜਹਾਂਗੀਰ ਸੀਗੇ। ਇਹਨਾਂ ਤੋਂ ਬਾਅਦ ਉੱਤਰਾਧਿਕਾਰੀ ਕੌਣ ਬਣਿਆ, ਗੁਰੂ ਹਰ ਰਾਏ ਜੀ। ਠੀਕ ਹੈ, ਗੁਰਦਿੱਤਾ ਜੀ ਨੂੰ ਬਣਾਉਂਦੇ ਸੀ ਪਰ ਮਤਭੇਦ ਹੋ ਗਿਆ, ਇਸ ਕਰਕੇ ਗੁਰੂ ਹਰ ਰਾਏ ਜੀ ਨੂੰ ਕੀ ਕਰਤਾ ਇਹਨਾਂ ਨੇ ਬਣਾ ਤਾ। ਉਸ ਤੋਂ ਬਾਅਦ 1643 ਦੇ ਵਿੱਚ ਕੀਰਤਪੁਰ ਦੇ ਵਿੱਚ ਜੋਤੀ ਜੋਤ ਸਮਾ ਗਈ ਸੀਗੀ। ਉਸ ਤੋਂ ਬਾਅਦ ਅੱਗੇ 7ਵੇਂ ਗੁਰੂ ਹਰ ਰਾਏ ਜੀ।
ਗੁਰੂ ਹਰਰਾਏ ਜੀ 1644 ਦੇ ਵਿੱਚ ਕੀ ਹੈ ਗੁਰਗੱਦੀ 'ਤੇ ਬੈਠੇ ਨੇ। 1644 ਦੇ ਵਿੱਚ, ਹਾਂਜੀ 1644 ਤੋਂ 1661 ਤੱਕ। ਅਤੇ ਇਹਨਾਂ ਦੇ ਫਾਦਰ ਸੀਗੇ ਬਾਬਾ ਗੁਰਦਿੱਤਾ ਅਤੇ ਮਾਤਾ ਸੀਗੇ ਮਾਤਾ ਅਨੰਤੀ। ਇਹਨਾਂ ਦੀ ਮੈਰਿਜ ਹੋਈ ਹੈ ਸੁਲੱਖਣੀ। ਬੇਟੇ ਸੀ ਰਾਮ ਰਾਏ ਅਤੇ ਹਰਕ੍ਰਿਸ਼ਨ ਜੀ। ਠੀਕ ਹੈ, ਇਹਨਾਂ ਨੇ 2200 ਬੰਦਿਆਂ ਦੀ ਆਰਮੀ ਸੀਗੀ ਇਹਨਾਂ ਕੋਲ, ਗੁਰੂ ਹਰਰਾਏ ਜੀ ਕੋਲ। ਅਤੇ ਉਸ ਤੋਂ ਬਾਅਦ ਇਹਨਾਂ ਦੇ ਟਾਈਮ ਮੁਗਲ ਰਾਜਾ ਹੈਗਾ ਸੀ ਸ਼ਾਹਜਹਾਂ ਅਤੇ ਔਰੰਗਜ਼ੇਬ। ਉੱਤਰਾਧਿਕਾਰੀ ਨੇ ਗੁਰੂ ਹਰਕ੍ਰਿਸ਼ਨ ਜੀ ਬਣੇ ਨੇ, ਜਿਨ੍ਹਾਂ ਨੂੰ ਬਾਲ ਗੁਰੂ ਵੀ ਕਿਹਾ ਜਾਂਦਾ। ਜੋਤੀ ਜੋਤ ਸਮਾ ਗਈ 1661 ਦੇ ਵਿੱਚ। ਉਸ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਜੀ 1656 ਤੋਂ 1664, ਇਹਨਾਂ ਦਾ ਬਹੁਤ ਘੱਟ ਟਾਈਮ ਸੀਗਾ, ਜਿਹੜਾ ਟਾਈਮ ਪੀਰੀਅਡ ਸੀਗਾ ਇਹਨਾਂ ਦੀ ਕਾਰਜਕਾਲ। ਠੀਕ ਹੈ, ਗੁਰਗੱਦੀ ਦੇ ਬੈਠੇ ਸੀਗੇ 1661 ਈਸਵੀ ਵਿੱਚ ਅਤੇ 1664 ਈਸਵੀ ਵਿੱਚ ਜੋਤੀ ਜੋਤ ਸਮਾਈ। ਸਿਰਫ 4 ਸਾਲ ਹੀ ਇਹਨਾਂ ਨੇ, 3-4 ਸਾਲ ਹੀ ਕੀ ਹੈ ਗੁਰਗੱਦੀ ਬੈਠੇ ਨੇਗੇ। ਇਹਨਾਂ ਨੂੰ ਬਾਲ ਗੁਰੂ ਵੀ ਕਿਹਾ ਜਾਂਦਾ, ਚਾਈਲਡ ਪ੍ਰੋਹੈਪਟ। ਠੀਕ ਹੈ, ਮਾਤਾ ਦਾ ਨਾਂ ਸੀ ਸੁਲੱਖਣੀ, ਪਿਤਾ ਦਾ ਨਾਂ ਗੁਰੂ ਹਰਰਾਏ ਜੀ। ਅਤੇ ਦਿੱਲੀ ਵਿਖੇ ਕੀ ਹੈ ਅੰਬੇਰ ਦੇ ਰਾਜਾ ਮਿਰਜ਼ਾ ਜੈ ਸਿੰਘ ਦੇ ਘਰ ਰੁਕੇ, ਜਿੱਥੇ ਅੱਜ ਕੱਲ੍ਹ ਬੰਗਲਾ ਸਾਹਿਬ ਗੁਰਦੁਆਰਾ ਬਣਿਆ ਹੋਇਆ ਹੈ। ਉੱਥੇ ਉਹਨਾਂ ਨੂੰ ਸਮਾਲ ਪੋਕਸ ਹੋ ਗਿਆ ਸੀ, ਇਸ ਕਰਕੇ 1664 ਈਸਵੀ ਵਿੱਚ ਕੀ ਹੋ ਗਈ, ਡੈਥ ਹੋ ਗਈ। ਇਹ ਉੱਥੇ ਨਾ ਜਿਹਨਾਂ ਨੂੰ ਸਮਾਲ ਪੋਕਸ ਹੋ ਰਿਹਾ ਸੀਗਾ ਉਹਨਾਂ ਦੀ ਸੇਵਾ ਕਰ ਰਹੇ ਸੀਗੇ। ਅਤੇ ਫਿਰ ਜਦੋਂ ਸੇਵਾ ਕਰਦੇ ਕਰਦੇ ਕਿ ਉਹਨਾਂ ਨੂੰ ਵੀ ਇਨਫੈਕਸ਼ਨ ਹੋ ਗਈ ਅਤੇ ਇਸੇ ਕਰਕੇ ਉਹਨਾਂ ਦੀ ਡੈਥ ਹੋ ਗਈ ਸੀਗੀ। ਉਸ ਤੋਂ ਬਾਅਦ ਦਿੱਲੀ ਦੇ ਵਿੱਚ ਹੀ ਡੈਥ ਹੋਈ ਹੈ, ਜਿੱਥੇ ਬੰਗਲਾ ਸਾਹਿਬ ਗੁਰਦੁਆਰਾ ਬਣਿਆ ਹੋਇਆ ਹੈ। ਇਹਨਾਂ ਦਾ ਆਖਰੀ ਸ਼ਬਦ ਇਹਨਾਂ ਨੇ ਕਿਹਾ ਸੀ ਬਾਬਾ ਬਕਾਲਾ। ਅਤੇ ਇਹਨਾਂ ਦੇ ਟਾਈਮ ਮੁਗਲ ਰਾਜਾ ਹੈਗਾ ਸੀਗਾ ਔਰੰਗਜ਼ੇਬ। ਉਸ ਤੋਂ ਬਾਅਦ 9ਵੇਂ ਗੁਰੂ ਨੇ ਗੁਰੂ ਤੇਗ ਬਹਾਦਰ ਜੀ, ਇਹਨਾਂ ਦਾ ਪਹਿਲਾ ਨਾਂ ਸੀਗਾ ਬਾਬਾ ਬਕਾਲਾ। ਠੀਕ ਹੈ, ਜੇ ਬਾਬਾ ਬਕਾਲਾ ਦੇ ਨਾਂ ਨਾਲ ਕੀ ਇਹਨਾਂ ਨੂੰ ਜਾਣਿਆ ਜਾਂਦਾ ਹੈਗਾ। ਉਸ ਤੋਂ ਬਾਅਦ ਜਨਮ ਹੋਇਆ ਹੈ ਗੁਰੂ ਤੇਗ ਬਹਾਦਰ ਜੀ ਦਾ 1621 ਈਸਵੀ ਵਿੱਚ। ਅਤੇ ਇਹਨਾਂ ਨੂੰ ਵੀ ਸ਼ਹੀਦ ਕੀਤਾ ਗਿਆ ਸੀ 1675 ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਇਹਨਾਂ ਦੀ ਬਰਥ ਪਲੇਸ ਅੰਮ੍ਰਿਤਸਰ ਹੈ। ਫਾਦਰ ਦਾ ਨਾਂ ਗੁਰੂ ਹਰਗੋਬਿੰਦ ਜੀ, ਮਦਰ ਨਾਨਕੀ ਜੀ। ਮੈਰਿਡ ਇਹਨਾਂ ਦੀ ਮਾਤਾ ਗੁਜਰੀ ਜੀ ਨਾਲ ਹੋਈ ਹੈ। ਪੁੱਤਰ ਸੀਗਾ ਗੋਬਿੰਦ ਰਾਏ। ਇਹਨਾਂ ਨੇ ਨਵਾਂ ਸ਼ਹਿਰ ਬਣਾਇਆ ਸੀ ਚੱਕ ਨਾਨਕੀ, ਜੋ ਕਿ ਹੁਣ ਅਨੰਦਪੁਰ ਸਾਹਿਬ ਦੇ ਨਾਂ ਨਾਲ ਜਾਣਦੇ ਹਾਂ। ਪਟਨਾ ਸਾਹਿਬ ਵਿਖੇ ਕੀ ਹੈ 1666 ਵਿੱਚ ਗੋਬਿੰਦ ਰਾਏ ਦਾ ਜਨਮ ਹੋਇਆ। ਅਸਾਮ ਵਿੱਚ ਰਾਜਾ ਰਾਮ ਸਿੰਘ ਅਤੇ ਅਮੋਮ ਫੋਰਸਿਸ ਵਿਚਕਾਰ ਸ਼ਾਂਤੀ ਸਮਝੌਤਾ ਕਰਵਾਇਆ ਸੀਗਾ ਗੁਰੂ ਤੇਗ ਬਹਾਦਰ ਜੀ ਨੇ। ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹਨੇ ਕਸ਼ਮੀਰੀ ਪੰਡਤਾਂ ਨਾਲ ਦੀ ਸਹਾਇਤਾ ਲਈ ਕੀ ਹੈ ਸ਼ਹੀਦ ਹੋ ਗਏ ਸੀਗੇ। ਠੀਕ ਹੈ, ਇਹਨਾਂ ਨੂੰ ਸ਼ਹੀਦ ਕਿੱਥੇ ਕੀਤਾ ਗਿਆ, ਦਿੱਲੀ ਦੇ ਚਾਂਦਨੀ ਚੌਂਕ ਵਿਖੇ 1675 ਵਿੱਚ। ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੇ ਦੋ ਚੇਲੇ ਸੀ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਉਸੇ ਜਗ੍ਹਾ 'ਤੇ ਕਿ ਸੀਸਗੰਜ ਗੁਰਦੁਆਰਾ ਸਾਹਿਬ ਕੀ ਹੈ, ਜੋ ਕਿ ਅੱਜ ਤੇ ਬੰਗਲਾ ਸਾਹਿਬ ਦੇ ਨੇ ਬਣਵਾਇਆ। ਠੀਕ ਹੈ, ਬੰਗਲਾ ਸਾਹਿਬ 2 ਗੁਰਦੁਆਰੇ ਨੇ ਦਿੱਲੀ ਦੇ ਵਿੱਚ, ਸੀਸਗੰਜ ਸਾਹਿਬ ਇੱਕ ਬੰਗਲਾ ਸਾਹਿਬ। ਜਿੱਥੇ ਜਿਹੜਾ ਸੀਸਗੰਜ ਸਾਹਿਬ ਗੁਰਦੁਆਰਾ ਹੈ ਤਾਂ ਸਰਦਾਰ ਬਘੇਲ ਸਿੰਘ ਨੇ ਬਣਵਾਇਆ ਹੈਗਾ। ਠੀਕ ਹੈ, ਅਤੇ ਜਿਹੜਾ ਦੂਜਾ ਹੈਗਾ ਉਹ ਦੇਖਦੇ ਹਾਂ ਆਪਾਂ ਲੱਖੀ ਸ਼ਾਹ ਲੁਬਾਣਾ। ਠੀਕ ਹੈ, ਗੁਰੂ ਸਾਹਿਬ ਦੇ ਧੜ ਨੂੰ ਆਪਣੇ ਘਰ ਵਿੱਚ ਰੱਖ ਕੇ ਆਪਣੇ ਘਰ ਨੂੰ ਹੀ ਅੱਗ ਲਾ ਦਿੱਤੀ ਸੀ। ਅਤੇ ਇਸ ਜਗ੍ਹਾ 'ਤੇ ਰਕਾਬਗੰਜ ਗੁਰਦੁਆਰਾ ਬਣਾਇਆ, ਇਹ ਵੀ ਦਿੱਲੀ 'ਚ ਹੀ ਹੈ। ਉਸ ਤੋਂ ਬਾਅਦ ਭਾਈ ਜੈਤਾ ਜੀ ਨੇ ਗੁਰੂ ਸਾਹਿਬ ਜੀ ਦੀ ਸੀਸ ਨੂੰ ਅਨੰਦਪੁਰ ਸਾਹਿਬ ਵਿਖੇ ਲਿਆਏ ਅਤੇ ਅਨੰਦਪੁਰ ਵਿਖੇ ਸੀਸਗੰਜ ਸਾਹਿਬ 2 ਸੀਸਗੰਜ ਗੁਰਦੁਆਰੇ 2 ਨੇਗੇ, ਇੱਕ ਦਿੱਲੀ 'ਚ ਹੈ ਇੱਕ ਅਨੰਦਪੁਰ ਸਾਹਿਬ ਵਿੱਚ ਹੈ। ਠੀਕ ਹੈ, ਸਿਰ ਕਲਮ ਮਤਲਬ ਜਿਹੜਾ ਗੁਰੂ ਜੀ ਦਾ ਧੜ ਸੀ ਉਹਨੂੰ ਸਰੀਰ ਤੋਂ ਅਲੱਗ ਉਹਨਾਂ ਨੂੰ ਕਿਹਨੇ ਕੀਤਾ ਸੀਗਾ, ਜਲਾਲੂਦੀਨ ਸਮਾਣਾ ਇਹਨੇ ਕੀਤਾ ਸੀਗਾ। ਠੀਕ ਹੈ, ਜਿਹਨੂੰ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਅਦ ਦੇ ਵਿੱਚ ਕੀ ਹੈ ਮਾਰਤਾ ਸੀਗਾ। ਠੀਕ ਹੈ, ਉਸ ਤੋਂ ਬਾਅਦ 10ਵੇਂ ਗੁਰੂ ਜੀ ਆਉਂਦੇ ਨੇਗੇ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਦਾ ਜਨਮ 1666 ਈਸਵੀ ਦੇ ਵਿੱਚ ਹੋਇਆ ਹੈਗਾ। ਪਿਤਾ ਦਾ ਨਾਂ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਦਾ ਨਾਂ ਗੁਜਰੀ ਜੀ। ਅਤੇ ਇਹਨਾਂ ਦਾ 3 ਵਿਆਹ ਹੋਏ ਨੇ, ਜੀਤੋ ਜੀ, ਸੁੰਦਰੀ ਜੀ ਅਤੇ ਸਾਹਿਬ ਦੀਵਾਨ ਨਾਲ। ਪੁੱਤਰ ਇਹਨਾਂ ਦੇ 4 ਸੀਗੇ, ਜੋਰਾਵਰ ਸਿੰਘ, ਜੁਝਾਰ ਸਿੰਘ, ਫਤਿਹ ਸਿੰਘ, ਅਜੀਤ ਸਿੰਘ। ਇਹਨਾਂ ਨੇ ਸਿਟੀ ਫਾਊਂਡ ਕੀਤੀ ਹੈ ਪਾਉਂਟਾ ਸਾਹਿਬ। ਕੰਪੋਜੀਸ਼ਨ ਕੀਤੀ ਇਹਨਾਂ ਨੇ ਦਸ਼ਮ ਗ੍ਰੰਥ ਦੀ। ਵਾਰ ਸ਼੍ਰੀ ਭਗਵਤੀ ਜੀ ਕੀ, ਵਚਿੱਤਰ ਨਾਟਕ, ਅਕਾਲ ਉਸਤਤ, ਚੰਡੀ ਦੀ ਵਾਰ, ਜਾਪ ਸਾਹਿਬ, ਚੰਡੀ ਚਰਿਤਰਾ, ਗਿਆਨ ਪ੍ਰਬੋਧ, 24 ਅਵਤਾਰ, ਖਾਲਸੇ ਦੀ ਮਹਿਮਾ, ਸਵਾਇਲ ਅਤੇ ਜਫਰਨਾਮਾ ਫਾਰਸੀ ਦੇ ਵਿੱਚ। ਇਹਨਾਂ ਨੇ ਮਸੰਦ ਪ੍ਰਥਾ ਨੂੰ ਖ਼ਤਮ ਕਰ ਦਿੱਤਾ ਸੀ ਅਤੇ ਮਾਧੋਦਾਸ ਵੈਰਾਗੀ ਨੂੰ ਸਿੱਖ ਬਣਾਇਆ। ਅਤੇ ਮੁਗਲ ਰਾਜੇ ਹੈਗੇ ਸੀ ਇਹਨਾਂ ਦੇ ਟਾਈਮ ਔਰੰਗਜ਼ੇਬ ਅਤੇ ਬਹਾਦਰ ਸ਼ਾਹ। ਜੋਤੀ ਜੋਤ ਸਮਾ ਗਏ ਸੀਗੇ 1708 ਈਸਵੀ ਵਿੱਚ ਆਨੰਦਗੜ੍ਹ ਸਾਹਿਬ ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਇਹਨਾਂ ਨੇ 5 ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀ। ਠੀਕ ਹੈ, ਅਤੇ ਆਪਣਾ ਨਾਂ ਆਪ ਉਹਨਾਂ ਤੋਂ ਅੰਮ੍ਰਿਤ ਛਕਿਆ 5 ਪਿਆਰਿਆਂ ਤੋਂ।
ਠੀਕ ਹੈ। ਕਿਹੜੇ ਸੀਗੇ 5 ਪਿਆਰੇ? ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਅਤੇ ਭਾਈ ਹਿੰਮਤ ਸਿੰਘ। ਉਸ ਤੋਂ ਬਾਅਦ ਇਹਨਾਂ ਨੇ 5 ਕੱਕੇ ਵੀ ਦਿੱਤੇ ਨੇਗੇ, ਕੇਸ, ਕੰਘਾ, ਕੜਾ, ਕਛਹਿਰਾ ਅਤੇ ਕਪਾਣ। ਅਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਲੜੀਆਂ ਗਈਆਂ ਨੇ ਮੁਗਲਾਂ ਨਾਲ, ਪਹਾੜੀ ਰਾਜਿਆਂ ਨਾਲ, ਠੀਕ ਹੈ। ਇਹ ਆਪਾਂ ਦੇਖਦੇ ਹਾਂ, ਇੱਕ ਮਿੰਟ। ਆਪਾਂ ਸਾਰਿਆਂ ਨੂੰ ਪਤਾ ਖਾਲਸਾ ਪੰਥ ਦੀ ਸਾਜਨਾ 1699 ਈਸਵੀ ਵਿੱਚ ਹੋਈ ਹੈ, ਠੀਕ ਹੈ। ਤਾਂ 1699 ਈਸਵੀ ਤੋਂ ਪਹਿਲਾਂ ਕੀ 2 ਲੜਾਈਆਂ ਲੜੀਆਂ ਗਈਆਂ ਨੇ, ਅਤੇ 1699 ਈਸਵੀ ਤੋਂ ਬਾਅਦ 7 ਲੜਾਈਆਂ ਲੜੀਆਂ ਗਈਆਂ ਨੇ। ਤਾਂ ਜਿਹੜੀਆਂ ਪਹਿਲਾਂ 2 ਲੜਾਈਆਂ ਲੜੀਆਂ ਉਹ ਤਾਂ ਹੈਗਾ ਭੰਗਾਣੀ ਦਾ ਯੁੱਧ ਅਤੇ ਨਦੌਣ ਦੀ ਲੜਾਈ, ਠੀਕ ਹੈ। ਇਹ ਤੁਸੀਂ ਦੇਖ ਲਓ, ਡੇਟ ਨੋਟ ਕਰ ਲਓ। ਇੱਕ 1688 ਦੇ ਵਿੱਚ ਤਾਂ ਭੰਗਾਣੀ ਦਾ ਯੁੱਧ ਹੋਇਆ, ਅਤੇ 1690 ਦੇ ਵਿੱਚ ਨਦੌਣ ਦੀ ਲੜਾਈ ਹੋਈ ਹੈ। ਅਤੇ ਇਹਦੇ ਵਿੱਚ ਜਿੱਤ ਗੁਰੂ ਜੀ ਦੀ ਹੋਈ ਸੀਗੀ, ਠੀਕ ਹੈ, ਭੰਗਾਣੀ ਦੇ ਯੁੱਧ ਦੇ ਵਿੱਚ। ਅਤੇ ਉਸ ਤੋਂ ਬਾਅਦ ਬਾਅਦ ਦੀਆਂ ਲੜਾਈਆਂ ਦੇਖਦੇ ਹਾਂ। ਅਨੰਦਪੁਰ ਸਾਹਿਬ ਦਾ ਪਹਿਲਾ ਯੁੱਧ 1721 ਈਸਵੀ ਵਿੱਚ ਹੋਇਆ ਸੀ। ਰਾਜਾ ਭੀਮ ਚੰਦ ਨੇ ਹਮਲਾ ਕਰ ਦਿੱਤਾ ਸੀ, ਸੰਧੀ ਹੋਈ। ਫਿਰ ਐਂਡ 'ਤੇ ਗੁਰੂ ਸਾਹਿਬ ਜੀ ਕੇ ਨਿਰਮੋਹ ਚਲੇ ਗਏ। ਫਿਰ ਨਿਰਮੋਹ ਦੀ ਲੜਾਈ ਹੋਈ 1702 ਈਸਵੀ ਵਿੱਚ। ਇਹਦੇ ਵਿੱਚ ਅਚਾਨਕ ਭੀਮ ਚੰਦ ਨੇ ਹਮਲਾ ਕਰਤਾ ਸੀ। ਫਿਰ ਬਸੋਲੀ ਦੀ ਲੜਾਈ ਹੋਈ 1702 ਈਸਵੀ ਵਿੱਚ। ਸਿੱਖਾਂ ਨੇ ਉਸ ਨੂੰ ਹਰਾ ਕੇ ਉਸ ਇਲਾਕੇ 'ਤੇ ਕੀ ਕਰ ਲਿਆ, ਕਬਜ਼ਾ ਕਰ ਲਿਆ ਸੀ ਬਸੋਲੀ 'ਤੇ। ਫਿਰ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਹੋਈ ਹੈ। ਜਦੋਂ ਪਤਾ ਦੇਖੋ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਹੋਈ ਹੈ ਤਾਂ ਜਿਹੜੇ ਗੁਰੂ ਜੀ ਸੀ ਉਹ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਜੀ ਤੋਂ ਅਲੱਗ ਹੋ ਗਏ ਸੀ। ਤਾਂ ਇਹਨਾਂ ਦਾ ਪਤਾ ਹੀ ਹੋਊਗਾ ਸਭ ਨੂੰ। ਹਰ ਸਾਲ ਆਪਾਂ ਗੁਰੂ ਜੀ ਦਾ ਬਰਥਡੇ ਮਨਾਉਂਦੇ ਹਾਂ, ਹੈ ਨਾ, ਸ਼ਹੀਦੀ ਦਿਵਸ ਆਉਂਦਾ ਦਸੰਬਰ ਦੇ ਵਿੱਚ। ਤਾਂ ਉੱਥੇ ਤੁਹਾਨੂੰ ਇੰਨਾ ਤਾਂ ਪਤਾ ਹੀ ਹੋਊਗਾ, ਇੰਨੀ ਜ਼ਿਆਦਾ ਐਕਸਪਲੇਨੇਸ਼ਨ ਨਹੀਂ ਆਉਂਦੀ, ਵੀਡੀਓ ਕਾਫੀ ਲੰਬੀ ਹੋ ਜਾਏਗੀ। ਤਾਂ ਉੱਥੋਂ ਦੇਖ ਲਓ ਦੋਨੇ ਕੀ ਹੈ ਅਲੱਗ ਹੋ ਗਏ ਸੀਗੇ, ਪਰ ਆਪਣੇ ਪਰਿਵਾਰ ਤੋਂ ਕੀ ਹੈ ਵਿਛੜ ਗਏ ਸੀਗੇ। ਅਨੰਦਪੁਰ ਦੀ ਦੂਜੀ ਲੜਾਈ ਦੇ ਵਿੱਚ ਕਦੋਂ ਹੋਈ ਸੀ? 1704 ਦੇ ਵਿੱਚ। ਉਸ ਤੋਂ ਬਾਅਦ ਸ਼ਾਹੀ ਟਿੱਬੀ ਦੀ ਲੜਾਈ ਹੋਈ ਹੈ 1704 ਦੇ ਵਿੱਚ। ਉਸ ਤੋਂ ਬਾਅਦ ਚਮਕੌਰ ਦੀ ਲੜਾਈ ਹੋਈ ਹੈ 1704 ਈਸਵੀ ਦੇ ਵਿੱਚ। ਚਮਕੌਰ ਦੀ ਲੜਾਈ ਦੇ ਵਿੱਚ ਕੀ ਹੈ 2 ਸਾਹਿਬਜ਼ਾਦੇ ਸੀਗੇ, ਜਿਹੜੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਜੀ ਸ਼ਹੀਦ ਹੋ ਗਏ ਸੀਗੇ। ਖਿਦਰਾਣੇ ਦੀ ਲੜਾਈ ਹੋਈ ਹੈ 29 ਦਸੰਬਰ 1705 ਈਸਵੀ ਨੂੰ। ਇੱਕ ਕੁਐਸ਼ਨ ਹੋਰ ਆਉਂਦਾ ਵੀ 40 ਸਿੱਖ ਕਿਹੜੀ ਲੜਾਈ ਦੇ ਵਿੱਚ ਗੁਰੂ ਜੀ ਦਾ ਸਾਥ ਛੱਡ ਗਏ ਸੀਗੇ? ਤਾਂ ਉਹ ਚਮਕੌਰ ਦੀ ਲੜਾਈ ਸੀ, ਠੀਕ ਹੈ। ਉਸ ਤੋਂ ਬਾਅਦ ਖਿਦਰਾਣੇ ਦੀ ਲੜਾਈ ਦੇ ਵਿੱਚ ਉਹੀ 40 ਸਿੱਖ ਫਿਰ ਬਾਅਦ ਦੇ ਵਿੱਚ ਆ ਗਏ ਸੀ ਅਤੇ ਸ਼ਹੀਦ ਵੀ ਹੋਇਆ। ਅਤੇ ਖਿਦਰਾਣੇ ਦਾ ਨਾਂ ਬਦਲ ਕੇ ਕੀ ਰੱਖਤਾ ਸੀ? ਮੁਕਤਸਰ ਰੱਖਤਾ ਸੀ। ਅਤੇ ਗੁਰੂ ਗੋਬਿੰਦ ਸਿੰਘ ਜੀ 7 ਅਕਤੂਬਰ 1708 ਈਸਵੀ ਵਿੱਚ ਕੀ ਹੈ ਨੰਦੇੜ ਵਿਖੇ ਜੋਤੀ ਜੋਤ ਸਮਾ ਗਏ ਸੀ। ਅਤੇ ਉਹਨਾਂ ਤੋਂ ਬਾਅਦ ਜਿਹੜੇ ਕੌਣ ਗੁਰੂ ਬਣੇ ਨੇ? ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀ ਮੰਨਿਆ ਗਿਆ? ਗੁਰੂ ਮੰਨਿਆ ਗਿਆ। ਅੱਜ ਤੱਕ ਉਹੀ ਨੇਗੇ, ਠੀਕ ਹੈ, ਗੁਰੂ ਗ੍ਰੰਥ ਸਾਹਿਬ ਜੀ। ਤਾਂ ਇੱਥੇ ਆਪਾਂ 10 ਗੁਰੂਆਂ ਜੀ ਦੀ ਹਿਸਟਰੀ ਕੰਪਲੀਟ ਕਰ ਲਈਏ। ਇਸ ਤੋਂ ਬਾਅਦ ਕੀ ਹੈ ਬੰਦਾ ਸਿੰਘ ਬਹਾਦਰ, ਅਤੇ ਉਹਨਾਂ ਤੋਂ ਬਾਅਦ ਸਿੱਖ ਮਿਸਲਾਈਆਂ, ਮਹਾਰਾਜਾ ਰਣਜੀਤ ਸਿੰਘ ਜੀ ਆਏ ਨੇ, ਭਗਤ ਸਿੰਘ, ਇਹ ਸਾਰੀ ਬਾਕੀ ਦੀ ਹਿਸਟਰੀ ਵੀ ਪਈ ਹੈ। ਤਾਂ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਵੀਡੀਓ ਕਾਫੀ ਲੰਬੀ ਹੋ ਜੂਗੀ, ਤੁਹਾਨੂੰ ਸਮਝ ਵੀ ਨਹੀਂ ਆਉਣੀ ਫਿਰ ਇੰਨੀ ਜ਼ਿਆਦਾ। ਥੈਂਕ ਯੂ ਫॉर ਵਾਚਿੰਗ। ਸ਼ੇਅਰ ਜ਼ਰੂਰ ਕਰ ਦਿਓ।